ਹੈਲੋ ਸਟੂਡੈਂਟਸ, ਸਾਰੇ ਬੱਚਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਅਸੀਂ ਅੱਜ ਕਰਨ ਜਾ ਰਹੇ ਹਾਂ ਕਲਾਸ 10th ਦੀ ਥਿਊਰਮ ਥੇਲਸ ਥਿਊਰਮ ਨੰਬਰ 6.1 ਹੈ। ਤੇ ਇਹਦੀ ਸਟੇਟਮੈਂਟ ਹੈਗੀ ਆ, ਇਫ ਅ ਲਾਈਨ ਇਜ਼ ਡਰਾਨ ਪੈਰਲਲ ਟੂ one side of a triangle to intersect other two sides in distinct points, the other two sides are divided in the same ratio. ਜੇਕਰ ਕਿਸੇ ਤ੍ਰਿਭੁਜ ਦੀ ਇੱਕ ਭੁਜਾ ਦੇ ਸਮਾਨਾਂਤਰ ਬਾਕੀ ਦੋ ਭੁਜਾਵਾਂ ਨੂੰ ਭਿੰਨ-ਭਿੰਨ ਬਿੰਦੂਆਂ ਤੇ ਕੱਟਦੀ ਹੋਈ ਇੱਕ ਰੇਖਾ ਖਿੱਚੀ ਜਾਵੇ ਤਾਂ ਬਾਕੀ ਦੋ ਭੁਜਾਵਾਂ ਇੱਕ ਹੀ ਅਨੁਪਾਤ ਵਿੱਚ ਵੰਡੀਆਂ ਜਾਂਦੀਆਂ ਹਨ। ਹੁਣ ਇਸ ਸਟੇਟਮੈਂਟ ਨੂੰ ਸਮਝੋ। ਪਹਿਲਾਂ ਸਟੇਟਮੈਂਟ ਇਹ ਕਹਿੰਦੀ ਹੈ ਕਿ ਕੋਈ ਇੱਕ ਟ੍ਰਾਇੰਗਲ ਹੈ, ਠੀਕ ਹੈ, ਇੱਕ ਟ੍ਰਾਇੰਗਲ, ਇਹ ਤੁਹਾਡੇ ਸਾਹਮਣੇ ਟ੍ਰਾਇੰਗਲ ਬਣੀ ਹੋਈ ਹੈ A, B ਤੇ C, ਠੀਕ ਹੈ। ਅਸੀਂ ਨਾਂ ਰੱਖ ਦਿੱਤਾ, ਉਹਨੇ ਨਾਂ ਨਹੀਂ ਰੱਖਿਆ, ਅਸੀਂ ਨਾਂ ਰੱਖ ਲਿਆ ABC। ਜਿਹੜਾ ਕਿਸੇ ਨੂੰ ਪਸੰਦ ਹੋਵੇ ਉਹ ਨਾਂ ਰੱਖ ਸਕਦਾ ਹੈ ਤੇ ਉਸ ਨਾਂ ਦੇ ਹਿਸਾਬ ਨਾਲ ਹੀ ਫਿਰ ਅੱਗੇ ਥਿਊਰਮ ਕਰਨੀ ਹੈ। ਹੁਣ ਮੈਨੂੰ ABC ਪਸੰਦ ਸੀਗਾ, ਮੈਂ ABC ਰੱਖ ਲਿਆ। ਹੁਣ ਤਿਕੋਣ ਹੈਗੀ ਸਾਡੀ ABC, ਇਹਦੇ ਵਿੱਚ ਉਹ ਸਟੇਟਮੈਂਟ ਕੀ ਕਹਿੰਦੀ ਹੈ ਕਿ ਇੱਕ ਭੁਜਾ ਕਿਸੇ ਇੱਕ ਭੁਜਾ ਦੇ ਸਮਾਨਾਂਤਰ, ਠੀਕ ਹੈ, ਪੈਰਲਲ ਟੂ ਵਨ ਸਾਈਡ, ਕੋਈ ਵੀ ਸਾਈਡ ਦੇ ਤੁਸੀਂ ਪੈਰਲਲ ਲਾਈਨ ਲਗਾ ਸਕਦੇ ਆ। ਇੱਥੇ ਅਸੀਂ BC ਦੇ ਪੈਰਲਲ ਲਗਾਈ ਹੈ, ਠੀਕ ਹੈ, ਉਹਦਾ ਨਾਂ ਰੱਖਿਆ DE, ਕਿਉਂਕਿ ਇਹ ਬਾਕੀ ਦੋ ਭੁਜਾਵਾਂ ਨੂੰ ਕੱਟਦੀ ਹੈ। ਬਾਕੀ ਦੋ ਭੁਜਾਵਾਂ AB ਹੈ ਤੇ ਦੂਜੀ ਭੁਜਾ AC ਹੈ, ਇਹਦੇ ਤਾਂ ਪੈਰਲਲ ਲੈ ਲਈ ਅਸੀਂ, ਬਾਕੀ ਇਹੀ ਦੋ ਬਚੀਆਂ। ਇਹਨਾਂ ਨੂੰ ਕਿੱਥੇ ਕਿੱਥੇ ਕੱਟਦੀ ਹੈ? ਉਹ ਇੱਕ ਬਿੰਦੂ D ਤੇ ਕੱਟਦੀ ਹੈ, ਇੱਕ ਬਿੰਦੂ E ਤੇ ਕੱਟਦੀ ਹੈ। ਇਹ ਸਾਡਾ ਗਿਵਨ ਹੈ, ਇੱਕ ਟ੍ਰਾਇੰਗਲ ਐਂਡ ਅ ਲਾਈਨ ਪੈਰਲਲ ਟੂ ਵਨ ਸਾਈਡ, ਠੀਕ ਹੈ, which intersects the other two sides at distinct points, ਵੱਖਰੇ ਵੱਖਰੇ ਦੋ ਬਿੰਦੂਆਂ ਤੇ ਕੱਟਦੀ ਹੈ, ਠੀਕ ਹੈ। ਪੈਰਲਲ ਹੈ ਤੇ ਵੱਖਰੇ ਦੋ ਬਿੰਦੂ ਹੋ ਗਏ ਨਾ, ਇੱਕ D ਹੋ ਗਿਆ, ਇੱਕ E ਹੋ ਗਿਆ। ਤੇ ਅਸੀਂ ਪ੍ਰੂਵ ਕੀ ਕਰਨਾ ਕਿ ਇਹ ਜਿਹੜੀ ਰੇਸ਼ੋ ਆ ਨਾ, ਇਹਦੀ ਇਹ ਵਾਲੀ ਇੰਨਾ ਹਿੱਸਾ ਜਿਹੜਾ A ਤੋਂ D ਤੱਕ ਅਪੋਨ D ਤੋਂ B ਤੱਕ, ਠੀਕ ਹੈ, ਤੇ AD ਅਪੋਨ DB is equal to AE ਅਪੋਨ EC। ਇਹਦਾ ਮਤਲਬ ਹੈ ਕਿ ਜਿਹੜੀ ਲੈਂਥ ਨਾ, ਮਤਲਬ ਸਾਨੂੰ ਇਹ ਜੇ ਇਹਦੀ ਲੈਂਥ ਦਿੱਤੀ ਹੋਵੇ ਨਾ ਕਿਤੇ ਮੀਟਰਾਂ ਜਾਂ ਸੈਂਟੀਮੀਟਰਾਂ 'ਚ, ਤਾਂ ਅਸੀਂ ਇਹਦੇ ਹਿੱਸੇ ਕੀਤੇ ਹੋਣ ਤੇ ਇਹ ਹਿੱਸਾ ਬਟਾ ਇਹ ਹਿੱਸਾ ਜਿਸਲੇ ਕਰਾਂਗੇ, ਜਿਹੜਾ ਉਹ ਆਂਸਰ ਆਏਗਾ, ਉਹ ਆਂਸਰ ਇਹਦੀ ਲੰਬਾਈ ਬਟਾ ਇਹਦੀ ਲੰਬਾਈ ਜਿਸਲੇ ਕਰਾਂਗੇ ਤੇ ਉਹ ਦੋਨੇ ਆਂਸਰ ਜਿਹੜੇ ਬਰਾਬਰ ਹੋਣਗੇ, ਰੇਸ਼ੋ ਜਿਹੜੀ ਆ ਇਕੁਅਲ ਹੋਏਗੀ, ਠੀਕ ਹੈ। ਤਾਂ ਇਹ ਰੇਸ਼ੋ ਤੁਹਾਨੂੰ ਕੁਐਸਚਨਾਂ ਦੇ ਵਿੱਚ ਇਦਾਂ ਵੀ ਆ ਸਕਦੀ ਹੈ, ਇਸ ਤਰ੍ਹਾਂ ਵੀ ਆ ਸਕਦੀ ਹੈ, DB ਅਪੋਨ AD is equal to EC ਅਪੋਨ AE। ਇਸ ਤਰ੍ਹਾਂ ਵੀ ਰੇਸ਼ੋ ਇਕੁਅਲ ਹੋਏਗੀ, ਠੀਕ ਹੈ। ਇਹ ਜ਼ਰੂਰੀ ਨਹੀਂ ਕਿ ਇੱਥੋਂ ਇੱਥੇ ਤਾਂ ਇੱਥੋਂ ਇੱਥੇ, ਇਹ ਇੱਧਰੋਂ ਇੱਧਰ ਤੇ ਇੱਧਰੋਂ ਇੱਧਰ ਦੋਨੇ ਪਾਸੇ ਇਹ ਇਕੁਅਲ ਹੁੰਦੀ ਹੈ, ਬਟ ਅਸੀਂ ਇਹ ਪ੍ਰੂਵ ਕਰਨੀ ਹੈ, ਠੀਕ ਹੈ, ਸਿੱਧਾ ਸਿੱਧਾ ਪ੍ਰੂਵ ਕਰਨਾ। ਤੁਹਾਨੂੰ ਕੁਐਸਚਨਾਂ ਦੇ ਵਿੱਚ ਇਹ ਵੀ ਆ ਜਾਣੀ ਆ ਇਹ ਵਾਲੀ ਰੇਸ਼ੋ, ਤਾਂ ਉੱਥੇ ਘਬਰਾਉਣਾ ਨਹੀਂ ਹੈ ਕਿ ਇਹ ਪਤਾ ਨਹੀਂ ਕੀ ਆ, ਇਹ ਕਿਹੜਾ ਰੂਲ ਹੈਗਾ, ਇਹ ਥੇਲਸ ਥਿਊਰਮ ਹੀ ਆ, ਠੀਕ ਹੈ। ਫਿਲਹਾਲ ਅਸੀਂ ਇਹ ਪ੍ਰੂਵ ਕਰ ਰਹੇ ਹਾਂ, ਅਸੀਂ ਇੱਕੋ ਹਿੱਸਾ ਪ੍ਰੂਵ ਕਰਨਾ ਆ ਕਿ ਅਸੀਂ ਦੱਸ ਦੇਣਾ ਕਿ ਇਹਦੀ ਰੇਸ਼ੋ ਜਿਹੜੀ ਹੈ ਉਹ ਇਕੁਅਲ ਹੁੰਦੀ ਹੈ। ਅੱਛਾ, ਹੁਣ ਇਹਨੂੰ ਥਿਊਰਮ ਨੂੰ ਪ੍ਰੂਵ ਕਰਨ ਲਈ ਸਾਨੂੰ ਕੁਝ ਇੱਕ ਚੀਜ਼ਾਂ ਦੀ ਜ਼ਰੂਰਤ ਹੈ ਜਿਹੜੀਆਂ ਸਾਨੂੰ ਪਤਾ ਹੋਣੀਆਂ ਚਾਹੀਦੀਆਂ, ਜਿਨ੍ਹਾਂ ਨਾਲ ਅਸੀਂ ਇਹ ਥਿਊਰਮ ਕਰ ਸਕਾਂਗੇ। ਪਹਿਲੀ ਗੱਲ ਤੇ ਇਹ ਆ ਕਿ ਸਾਨੂੰ ਇਹ AD ਦਿਖਦੀ ਪਈ ਆ, AD ਕੀ ਆ? ਇੱਥੋਂ ਲੈ ਕੇ ਇੱਥੇ ਤੱਕ ਭੁਜਾ ਆ, ਇਹ ਭੁਜਾ ਕਿਹਦੀ? ਇਸ ਤਿਕੋਣ ਦੀ। ਤਾਂ ਜੇ ਸਾਨੂੰ ਤਿਕੋਣ ਦਾ ਏਰੀਆ ਸਾਡੇ ਦਿਮਾਗ 'ਚ ਆਏਗਾ, ਭੁਜਾ ਕਿੱਥੋਂ ਆਉਂਦੀ ਆ? ਤਿਕੋਣ ਦਾ ਏਰੀਆ ਹੁੰਦਾ 1/2 ਇੰਟੂ ਬੇਸ ਇੰਟੂ ਹਾਈਟ। ਇੱਕ ਬੇਸ ਲੈ ਲਾਂਗੇ, ਇੱਕ ਕਿਤੇ ਹਾਈਟ ਲੱਭ ਗਈ ਸਾਨੂੰ, ਤਾਂ ਬੇਸ ਜਿਹੜਾ ਸਾਡਾ ਅਸੀਂ ਇਹਨੂੰ ਮੰਨ ਲਾਂਗੇ, ਹਨਾ। ਤਾਂ ਸਾਡੇ ਕੋਲੇ ਭੁਜਾ ਆਉਂਦੀ ਪਈ ਆ, ਸਾਨੂੰ ਥੋੜਾ ਆਈਡੀਆ ਹੁੰਦਾ ਪਿਆ ਕਿ ਅਸੀਂ ਏਰੀਆ ਲੈ ਕੇ ਇਹ ਜਿਹੜਾ ਕੰਮ ਕਰ ਸਕਦੇ ਹਾਂ। ਹੁਣ ਏਰੀਏ ਵਾਸਤੇ ਕੀ ਹੁੰਦਾ ਕਿ ਜਿੱਦਾਂ ਇੱਕ ਟ੍ਰਾਇੰਗਲ ਹੈ, ਇਹ ਟ੍ਰਾਇੰਗਲ ਹੈ, ਇਹਦੀ ਹਾਈਟ, ਹੁਣ ਬੇਸ ਤਾਂ ਸਾਨੂੰ ਪਤਾ, ਚਲੋ ਇਹ ਬੇਸ ਹੈ, ਇਸ ਬੇਸ ਤੇ ਇਹ ਬਣ ਗਈ। ਇਹਦੀ ਹਾਈਟ ਕਿੰਨੀ ਆ? ਹਾਈਟ ਇੱਥੇ ਤੱਕ ਆ। ਹੁਣ ਅਸੀਂ ਇੱਥੋਂ ਤਾਂ ਹਾਈਟ ਨਹੀਂ ਮਾਪਣੀ, ਨਾ ਅਸੀਂ ਇੱਧਰੋਂ ਇੱਧਰ ਨੂੰ ਮਾਪਣੀ, ਅਸੀਂ ਹਾਈਟ ਮਾਪਾਂਗੇ ਸਿੱਧੀ, ਇਹਨੂੰ ਅਸੀਂ ਕਹਿੰਦੇ ਪਰਪੈਂਡੀਕੂਲਰ ਡਿਸਟੈਂਸ, ਠੀਕ ਹੈ, ਇਹਨੂੰ ਹਾਈਟ ਮੰਨਦੇ ਅਸੀਂ, ਠੀਕ। ਤਾਂ ਇਹਦੇ ਵਾਸਤੇ ਸਾਨੂੰ ਪਰਪੈਂਡੀਕੂਲਰ ਚਾਹੀਦਾ। ਅੱਛਾ, ਪਰਪੈਂਡੀਕੂਲਰ ਤੁਹਾਨੂੰ ਪਤਾ ਲੱਗ ਗਿਆ ਕਿ ਅਸੀਂ ਜਿੱਥੇ ਤੱਕ ਜਿਹੜਾ ਇਹਦਾ ਉੱਪਰਲਾ ਸਿਰਾ ਆ, ਉੱਥੋਂ ਸਿੱਧਾ ਜਿਹੜਾ ਪਰਪੈਂਡੀਕੂਲਰ ਦੇ ਬੇਸ ਤੱਕ ਆਉਂਦਾ, ਉਹ ਪਰਪੈਂਡੀਕੂਲਰ ਜਿਹੜਾ ਉਸ ਟ੍ਰਾਇੰਗਲ ਦੀ ਹਾਈਟ ਹੁੰਦੀ ਹੈ। ਅੱਛਾ, ਜੇ ਸਾਡੇ ਕੋਲ ਟ੍ਰਾਇੰਗਲ ਇਦਾਂ ਦੀ ਹੋਵੇ, ਅਧਿਕ ਕੋਣੀ, ਇੱਕ ਅਧਿਕ ਕੋਣੀ ਤਿਕੋਣ ਜਿਹਦਾ ਇੱਕ ਕੋਣ 90 ਡਿਗਰੀ ਤੋਂ ਵੱਡਾ ਹੁੰਦਾ ਹੈ, ਇਹ ਵਾਲੀ, ਇਹਦੀ ਹਾਈਟ ਹੁਣ ਅਸੀਂ ਮਾਪਣੀ, ਇਹ ਤਾਂ ਇਹਦਾ ਬੇਸ ਹੋ ਗਿਆ,
ਹਨਾ। ਤੇ ਇਹਦੀ ਹਾਈਟ ਇੱਥੇ ਤੱਕ ਹੈ ਨਾ। ਹੁਣ ਇੱਥੋਂ ਤਾਂ ਇੱਧਰ ਨੂੰ ਤਾਂ ਪਰਪੈਂਡੀਕੂਲਰ ਹੀ ਬਣਨਾ, ਪਰਪੈਂਡੀਕੂਲਰ ਤਾਂ ਸਿੱਧਾ ਆਉਂਦਾ ਨਾ ਥੱਲੇ ਨੂੰ, ਪਰਪੈਂਡੀਕੂਲਰ ਮਤਲਬ ਸਿੱਧਾ 90 ਡਿਗਰੀ ਦੇ ਬਣੇ। ਇਹ ਤਾਂ ਬਾਹਰ ਆ ਗਿਆ ਹੁਣ ਇੱਥੋਂ, ਠੀਕ ਹੈ। ਇਹਦੀ ਹਾਈਟ ਮਾਪਣ ਲਈ ਜੇ ਸਾਡੇ ਕੋਲ ਕੋਈ ਇਦਾਂ ਦੀ ਹੋਵੇ ਨਾ ਦਰਖਤ, ਕਿਸੇ ਦਰਖਤ ਝੁਕਿਆ ਹੈ ਇੱਕ ਪਾਸੇ ਨੂੰ ਧਰਤੀ ਤੇ, ਤਾਂ ਅਸੀਂ ਉਹਨੂੰ ਇੱਧਰੋਂ ਨਹੀਂ ਦੇਖਾਂਗੇ, ਜਿੱਥੇ ਤੱਕ ਉਹਦੀ ਹਾਈਟ ਉੱਥੋਂ ਜਾ ਕੇ ਅਸੀਂ ਦੇਖਾਂਗੇ, ਉਹ ਅਸੀਂ ਬੇਸ ਤਾਂ ਉਹੀ ਰਹੇਗਾ ਨਾ। ਸੋ ਇਹਦਾ ਜਿਹੜਾ ਪਰਪੈਂਡੀਕੂਲਰ ਉਹ ਬਾਹਰ ਬਣਨਾ ਹੈ, ਠੀਕ ਹੈ। ਇਦਾਂ ਦੀ ਤਿਕੋਣ ਦਾ ਪਰਪੈਂਡੀਕੂਲਰ ਜਿਹੜਾ ਉਹ ਤਿਕੋਣ ਦੇ ਬਾਹਰ ਬਣਦਾ ਹੈ, ਠੀਕ। ਤਾਂ ਇਹ ਦੋ ਚੀਜ਼ਾਂ ਤੁਹਾਨੂੰ ਇੱਥੇ ਧਿਆਨ ਰੱਖਣੀਆਂ ਪੈਣਗੀਆਂ, ਜਿਹੜੀਆਂ ਕਿ ਤੁਹਾਡੇ ਕੰਮ ਆਉਣੀਆਂ ਇਸ ਥਿਊਰਮ ਦੇ ਵਿੱਚ। ਜਿੱਲੇ ਕਰਾਂਗੇ ਫਿਰ ਤੁਹਾਨੂੰ ਪਤਾ ਲੱਗ ਜਾਏਗਾ ਕਿ ਕਿਉਂ ਮੈਡਮ ਨੇ ਪਹਿਲਾਂ ਦੱਸਿਆ। ਉਸ ਤੋਂ ਬਾਅਦ ਇਹ ਆ ਕਿ ਅਸੀਂ 9ਵੀਂ ਕਲਾਸ 'ਚ ਪੜ੍ਹਿਆ ਸੀ ਕਿ ਇਹ ਦੋ ਪੈਰਲਲ ਲਾਈਨਸ ਹੈਗੀਆਂ, ਉਹਦੇ ਵਿੱਚ ਅਸੀਂ ਕੋਈ ਇੱਕ ਬੇਸ ਬਣਾ ਦਈਏ। ਇਸ ਬੇਸ ਦੇ ਉੱਤੇ ਸਾਨੂੰ ਮੰਨ ਲਓ ਕਹਿੰਦੇ ਕਿ ਇੰਨੀ ਬੇਸ ਲੈ ਲਓ ਤੇ ਇਹਦੇ ਉੱਤੇ ਤੁਸੀਂ ਤਿਕੋਣ ਬਣਾਓ। ਅਸੀਂ ਤਿਕੋਣ ਬਣਾਤੀ ਇਦਾਂ, ਜਾਂ ਅਸੀਂ ਤਿਕੋਣ ਬਣਾ ਦਈਏ ਇਦਾਂ, ਬੇਸ ਉਹੀ ਰਵੇ, ਜਾਂ ਅਸੀਂ ਤਿਕੋਣ ਬਣਾ ਦਈਏ ਇਦਾਂ। ਤੇ ਇਹਨਾਂ ਦਾ ਏਰੀਆ ਜਿਹੜਾ ਇਕੁਅਲ ਰਹਿੰਦਾ, ਕਿਉਂਕਿ ਇਹਦੀ ਪਰਪੈਂਡੀਕੂਲਰ ਡਿਸਟੈਂਸ ਸੇਮ ਹੈ, ਠੀਕ ਹੈ। 1/2 ਇੰਟੂ ਹਾਈਟ ਇੰਟੂ ਬੇਸ, ਠੀਕ ਹੈ। ਬੇਸ ਇਹ ਹੀ ਆ ਤੇ ਹਾਈਟ ਤਾਂ ਇਹਨਾਂ ਦੀ ਪਰਪੈਂਡੀਕੂਲਰ, ਕਿਉਂਕਿ ਜਿਹੜੀਆਂ ਪੈਰਲਲ ਲਾਈਨਸ ਆ ਉਹਨਾਂ ਦੀ ਲੰਬਾਤਮਕ ਦੂਰੀ ਹਰ ਜਗ੍ਹਾ ਤੇ ਬਰਾਬਰ ਹੁੰਦੀ ਆ। ਇਸ ਕਰਕੇ ਇਹਦੇ ਵਿੱਚ ਅਸੀਂ ਜਿੰਨੀਆਂ ਮਰਜ਼ੀ ਤਿਕੋਣਾਂ ਬਣਾ ਦਈਏ, ਉਹ ਸਾਰੀਆਂ ਤਿਕੋਣਾਂ ਦਾ ਜਿਹੜਾ ਏਰੀਆ ਉਹ ਸੇਮ ਆਉਣਾ, ਠੀਕ ਹੈ। ਇੱਕ ਇਹ ਗੱਲ ਯਾਦ ਰੱਖਣੀ ਹੈ ਕਿ ਦੋ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਇੱਕੋ ਹੀ ਆਧਾਰ ਦੇ ਉੱਤੇ, ਆਧਾਰ ਨਹੀਂ ਬਦਲਣਾ, ਇੱਕੋ ਹੀ ਆਧਾਰ ਦੇ ਉੱਤੇ ਬਣੀਆਂ ਹੋਈਆਂ ਤਿਕੋਣਾਂ ਦਾ ਖੇਤਰਫਲ ਜਿਹੜਾ ਉਹ ਬਰਾਬਰ ਹੁੰਦਾ। ਕਿਉਂ ਬਰਾਬਰ ਹੁੰਦਾ? ਕਿਉਂਕਿ ਆਧਾਰ ਤਾਂ ਅਸੀਂ ਬਦਲਿਆ ਨਹੀਂ, ਤੇ ਇਹ ਵਾਲੀ ਜਿਹੜੀ ਉਚਾਈ ਆ, ਲੰਬਾਤਮਕ ਉਚਾਈ ਆ, ਇਹ ਬਦਲਣੀ ਨਹੀਂ ਹੈਗੀ ਕਿਉਂਕਿ ਦੋ ਸਮਾਨਾਂਤਰ ਰੇਖਾਵਾਂ ਆ। ਇਸ ਕਰਕੇ ਜਿੰਨੀਆਂ ਮਰਜ਼ੀ ਤਿਕੋਣਾਂ ਇਹਦੇ ਵਿੱਚ ਬਣਾ ਲਓ ਇੱਕੋ ਬੇਸ ਦੇ ਨਾਲ, ਉਸ ਬੇਸ ਤੇ ਬਣੀਆਂ ਸਾਰੀਆਂ ਤਿਕੋਣਾਂ ਦਾ ਜਿਹੜਾ ਖੇਤਰਫਲ ਉਹ ਬਰਾਬਰ ਹੋਣਾ, ਠੀਕ ਹੈ। ਇੰਨੀ ਗੱਲ ਪ੍ਰੂਵ ਹੋ ਗਈ ਸਾਡੇ ਕੋਲ, ਇੰਨੀ ਗੱਲ ਸਾਡੇ ਦਿਮਾਗ 'ਚ ਹੈਗੀ, ਪ੍ਰੂਵ ਨਹੀਂ ਹੋਗੀ, ਇੰਨੀ ਗੱਲ ਸਾਨੂੰ ਸਮਝ ਲੱਗ ਗਈ, ਅਸੀਂ 9ਵੀਂ 'ਚ ਕੀਤਾ ਆ ਇਹ। ਅਸੀਂ ਪਹਿਲਾਂ ਵੀ ਲੰਬਾਤਮਕ ਦੂਰੀਆਂ ਮਾਪਦੇ ਆਏ ਆ, ਤੇ ਸਾਨੂੰ ਪਤਾ ਹੋਣਾ ਚਾਹੀਦਾ ਕਿ ਤਿਕੋਣ ਦਾ ਜਿਹੜਾ ਲੰਬ ਉਹ, ਜਿਹੜੀ ਤਾਂ ਸਾਡੀ ਨਿਊਨਕੋਣੀ ਤਿਕੋਣ ਹੁੰਦੀ ਉਹਦਾ ਲੰਬ ਤਾਂ ਅੰਦਰ ਹੁੰਦਾ, ਠੀਕ ਹੈ। ਜਿਹੜੀ ਇਹਦੀ ਇੱਕ ਕੋਣੀ ਤਿਕੋਣ ਹੁੰਦੀ ਉਹਦਾ ਲੰਬ ਤਿਕੋਣ ਦੇ ਬਾਹਰ ਹੁੰਦਾ ਹੈ, ਠੀਕ ਹੈ। ਤੇ ਤਿਕੋਣ ਦੇ ਖੇਤਰਫਲ ਦਾ ਫਾਰਮੂਲਾ ਹੁੰਦਾ 1/2 ਗੁਣਾ ਆਧਾਰ ਗੁਣਾ ਲੰਬ, ਬੇਸ ਇੰਟੂ ਹਾਈਟ। ਤਾਂ ਤੇ ਹੁਣ ਫਿਰ ਅਸੀਂ ਥਿਊਰਮ ਕਰੀਏ। ਥਿਊਰਮ ਹੈਗੀ ਹੈ, ਇਹ ਸਾਡੇ ਕੋਲ ਟ੍ਰਾਇੰਗਲ ਹੈਗੀ ਹੈ ਦਿੱਤੀ ਹੋਈ, A B ਤੇ C। ਇਹ ਲਾਈਨ ਹੈ ਪੈਰਲਲ ਟੂ BC, ਇੱਥੇ E ਪੁਆਇੰਟ ਲਾ ਲੈਂਦੇ ਹਾਂ, ਠੀਕ ਹੈ। E ਪੁਆਇੰਟ ਛੋਟਾ ਸੀ। ਇਹ ਲਾਈਨ ਪੈਰਲਲ ਟੂ BC ਹੈ, DE ਇਹਦਾ ਨਾਂ ਆ। ਇਹ AB ਲਾਈਨ ਨੂੰ ਕੱਟਦੀ ਹੈ D ਤੇ, ਤਾਂ AC ਲਾਈਨ ਨੂੰ ਕੱਟਦੀ ਹੈ E ਤੇ। ਇਹ ਸਾਨੂੰ ਗਿਵਨ ਹੈ, ਪੈਰਲਲ ਹੈ ਤੇ ਮਤਲਬ ਦੇਖੋ ਗਿਵਨ ਦੇ ਵਿੱਚ ਕੀ ਹੈ, ਜੋ ਸਾਨੂੰ ਦਿੱਤਾ ਹੈ ਜਾਂ ਗਿਵਨ, ਪੰਜਾਬੀ 'ਚ ਦਿੱਤਾ ਹੈ, ਇੰਗਲਿਸ਼ 'ਚ ਗਿਵਨ ਹੈ। A triangle ABC in which a line parallel to line BC, ਠੀਕ ਹੈ, intersects the other two sides AB and AC at D and E respectively। D ਤੇ ਕੱਟਦੀ ਹੈ ਤੇ E ਤੇ ਕੱਟਦੀ ਹੈ, ਮਤਲਬ AB ਨੂੰ D ਤੇ, AC ਨੂੰ E ਤੇ। ਦਿੱਤਾ ਹੈ ਇੱਕ ਤਿਕੋਣ ABC ਜਿਸ ਵਿੱਚ ਭੁਜਾ BC ਦੇ ਸਮਾਨਾਂਤਰ ਇੱਕ ਰੇਖਾ DE ਹੈ, ਜੋ AB ਭੁਜਾ ਨੂੰ ਬਿੰਦੂ D ਤੇ AC ਭੁਜਾ ਨੂੰ ਬਿੰਦੂ E ਤੇ ਕੱਟਦੀ ਹੈ, ਠੀਕ ਹੈ। ਮਤਲਬ BC ਭੁਜਾ ਜਿਸ ਵਿੱਚ BC ਦੇ ਸਮਾਨਾਂਤਰ ਹੈ ਰੇਖਾ, ਇਹ ਤਾਂ ਸਾਨੂੰ ਦਿੱਤਾ ਹੈ ਨਾ। ਹੁਣ ਪ੍ਰੂਵ ਕੀ ਕਰਨਾ, ਸਿੱਧ ਕੀ ਕਰਨਾ, ਟੂ ਪ੍ਰੂਵ ਜਾਂ ਸਿੱਧ ਕਰਨਾ, ਇਹ ਸੇਮ ਹੀ ਹੈ ਸਾਰਿਆਂ ਦਾ ਆਉਣਾ ਪੰਜਾਬੀ ਇੰਗਲਿਸ਼ ਵਾਸਤੇ। AD/DB = AE/EC, ਇਹ ਅਸੀਂ ਪ੍ਰੂਵ ਕਰਨਾ। ਹੁਣ ਸਾਨੂੰ ਪ੍ਰੂਵ ਕਰਨ ਲਈ ਕੁਛ ਇੱਕ ਚੀਜ਼ਾਂ ਜਿਹੜੀਆਂ ਇਹ 'ਚ ਕੰਸਟਰਕਟ ਕਰਨੀਆਂ ਪੈਣੀਆਂ, ਸਾਨੂੰ ਇਹ 'ਚ ਰਚਨਾ ਕਰਨੀ ਪੈਣੀ ਆ। ਇਹ ਮੈਂ ਕੀਤੀ ਹੋਈ ਹੈ, ਜਿਹੜਾ ਪਿੱਛੇ ਅਸੀਂ ਫਿਗਰ ਦੇਖੀ ਸੀ ਉਹਦੇ ਵਿੱਚ ਨਹੀਂ ਨਾ ਸੀ, ਇਹ ਮੈਂ ਕੰਸਟਰਕਸ਼ਨ ਕੀਤੀ ਹੋਈ ਹੈ। ਇਹ ਕੰਸਟਰਕਸ਼ਨ ਕੀ ਹੈ ਕਿ B ਜਿਹੜੀ ਆ, B ਬਿੰਦੂ ਨੂੰ ਅਸੀਂ ਜੁਆਇਨ ਕੀਤਾ E ਨਾਲ, B ਨੂੰ ਅਸੀਂ E ਨਾਲ ਜੁਆਇਨ ਕੀਤਾ ਤੇ D ਨੂੰ ਅਸੀਂ ਜੁਆਇਨ ਕੀਤਾ C ਨਾਲ। ਇਹ ਦੇਖੋ, ਜੁਆਇਨ DC ਐਂਡ BE, ਠੀਕ। ਨੈਕਸਟ ਕੀ ਕੀਤਾ, ਕੰਸਟਰਕਟ EF ਪਰਪੈਂਡੀਕੂਲਰ AB। EF ਜਿਹੜਾ ਪਰਪੈਂਡੀਕੂਲਰ ਹੈ, ਦੇਖੋ ਇਹ ਵਾਲੀ ਤਿਕੋਣ ਬਣਦੀ ਨਾ ਉੱਪਰ ADE, ਇਹ ਤਿਕੋਣ ਬਣਦੀ, ਇਹਦੇ ਇਸ ਸਿਖਰ ਤੋਂ ਅਸੀਂ ਇੱਧਰ ਨੂੰ ਪਰਪੈਂਡੀਕੂਲਰ ਡਰਾ ਕਰ ਦਿੱਤਾ, ਠੀਕ ਹੈ। ਪਰਪੈਂਡੀਕੂਲਰ ਮਤਲਬ ਜਿਹੜਾ ਇੱਥੇ ਆ ਕੇ 90 ਦਾ ਕੋਣ ਬਣਾਵੇ, ਠੀਕ ਹੈ। D ਤੋਂ ਅਸੀਂ ਇੱਥੇ ਤੱਕ ਅਸੀਂ ਇੱਕ ਪਰਪੈਂਡੀਕੂਲਰ ਡਰਾ ਕਰਤਾ,
ਹੁਣ ਇਹ 2 ਪਰਪੈਂਡੀਕੂਲਰ ਇਹਦੇ ਵਿੱਚ ਅਸੀਂ ਬਣਾਤੇ। ਠੀਕ, ਜਦੋਂ ਅਸੀਂ ਇਹ ਬੇਸ ਲਵਾਂਗੇ ਇਹ ਹਾਈਟ ਹੋਏਗੀ, ਜਦੋਂ ਅਸੀਂ ਇਹ ਬੇਸ ਲਵਾਂਗੇ ਤਾਂ ਇਹ ਵਾਲੀ ਹਾਈਟ ਹੋਏਗੀ। ਠੀਕ ਹੈ, ਇਹ ਹੋ ਗਈ ਗੱਲ ਕਲੀਅਰ। ਉਸ ਤੋਂ ਬਾਅਦ ਸਾਡੇ ਕੋਲ 2 ਟ੍ਰਾਇੰਗਲਸ ਇਹ ਬਣਦੀਆਂ, ਦੇਖੋ ਇੱਕ ਇਹ ਟ੍ਰਾਇੰਗਲ ਬਣੀ, ਇਹ ਟ੍ਰਾਇੰਗਲ ਬਣਦੀ ਪਈ ਨਾ। ਇਹ ਟ੍ਰਾਇੰਗਲ ਦਾ ਇਹ ਟ੍ਰਾਇੰਗਲ ਜਿਹੜੀ ਸਾਡੀ ਇਹਦੀ ਇੱਕ ਕੋਣੀ ਆ, ਇਹਦਾ ਕੋਣ 90 ਡਿਗਰੀ ਤੋਂ ਵੱਡਾ ਹੈ, ਪਰ ਤੁਸੀਂ ਨਹੀਂ ਇੱਥੇ ਕਹਿਣਾ ਕਿ 90 ਡਿਗਰੀ ਤੋਂ ਵੱਡਾ ਜਾਂ ਕੁਝ ਵੀ ਹੈ, ਇਸ ਤੁਹਾਡੇ ਸਮਝਣ ਵਾਸਤੇ ਦੱਸ ਰਹੀ ਕਿ ਇਹ ਜਿਹੜੀ ਤਿਕੋਣ ਹੈ ਇਹਦੇ ਇੱਥੋਂ ਲੰਬ ਜਿਹੜਾ ਜਦੋਂ ਅਸੀਂ ਬਣਾਉਣਾ ਹੈ ਨਾ, ਕਿਉਂਕਿ ਇਹਦੀ ਇੱਕ ਕੋਣੀ ਤੇ ਇਹਦਾ ਲੰਬ ਬਾਹਰ ਜਾਣਾ, ਤੇ ਇਹ ਕਿਉਂਕਿ ਇਹਦਾ ਸਿਰਾ ਆ, ਜਿੱਦਾਂ ਇਹ ਸਾਡੇ ਕੋਲ ਤਿਕੋਣ ਸੀਗੀ ਇਦਾਂ। ਠੀਕ ਹੈ, ਇਹ ਦਾ ਵਰਟੈਕਸ ਇੱਧਰ ਉੱਪਰ ਸਿਰਾ, ਇੱਥੋਂ ਜਿਸ ਲਈ ਅਸੀਂ ਲੰਬ ਖਿੱਚਦੇ ਸੀ ਉਹ ਵੀ ਬਾਹਰ ਆਉਂਦਾ ਸੀ ਨਾ। ਠੀਕ ਹੈ, ਇਦਾਂ ਇਹਦਾ ਇਹ ਸਿਰਾ ਆ, ਇੱਥੋਂ ਇਹ ਲੰਬ ਗਿਆ, ਇਹ EF ਲੰਬ ਜਿਹੜਾ ਇਸ ਤਿਕੋਣ ਦਾ ਵੀ ਇਹ ਲੰਬ ਹੈ, ਇਹਦਾ ਬੇਸ ਹੈ ਤੇ ਇਹ ਇਹਦਾ ਲੰਬ ਹੈ। ਠੀਕ ਹੈ, ਇਸੇ ਤਰ੍ਹਾਂ ਸਾਡੇ ਕੋਲ ਇਹ ਵਾਲੀ ਤਿਕੋਣ ਆ, ਇਹ ਵਾਲੀ ਤਿਕੋਣ ਹੈ। ਠੀਕ ਹੈ, ਇਹਦਾ ਲੰਬ ਇਹ ਜਾਂਦਾ ਪਿਆ, ਦੇਖੋ DG, ਇਹ ਵੀ ਬਾਹਰ ਹੀ ਜਾਣਾ, ਤਿਕੋਣ ਇੱਥੇ ਆ ਕਿਉਂਕਿ ਇਹਦੀ ਇੱਕ ਕੋਣੀ ਤਿਕੋਣ ਹੈ ਤੇ ਇਹਦਾ ਲੰਬ ਜਿਹੜਾ ਇਹ ਬਾਹਰ ਜਾਣਾ, ਇਸ ਕਰਕੇ ਮੈਂ ਤੁਹਾਨੂੰ ਸ਼ੁਰੂ 'ਚ ਇਹ ਚੀਜ਼ਾਂ ਸਮਝਾਈਆਂ ਸੀ। ਹੁਣ ਇਸ ਤਿਕੋਣ ਲਈ ਇਹ ਵਾਲੀ ਤਿਕੋਣ ਜਿਹੜੀ ਆ ਇਹਦਾ ਆਧਾਰ ਇਹ ਹੋ ਜਾਣਾ ਤੇ ਇਹਦਾ ਲੰਬ ਇਹ ਹੋ ਜਾਣਾ। ਠੀਕ ਹੈ, ਤਾਂ ਚਲੋ ਫਿਰ ਹੁਣ ਇਹ ਹੋ ਗਿਆ ਨਾ, ਕੰਸਟਰਕਸ਼ਨ ਕਰ ਲਈ ਅਸੀਂ, D ਨੂੰ C ਨਾਲ ਮਿਲਾਇਆ, B ਨੂੰ E ਨਾਲ ਮਿਲਾਇਆ ਤੇ EF ਪਰਪੈਂਡੀਕੂਲਰ AB ਤੇ DG ਪਰਪੈਂਡੀਕੂਲਰ AC ਅਸੀਂ ਬਣਾ ਲਿਆ। ਹੁਣ ਸਾਡੇ ਕੋਲ ਆ ਗਿਆ ਸਬੂਤ ਜਾਂ ਪ੍ਰੂਫ, ਇੰਗਲਿਸ਼ 'ਚ ਪ੍ਰੂਫ, ਪੰਜਾਬੀ ਸਬੂਤ ਹੈ, ਤੇ ਲਗਭਗ ਇਹਦੇ ਵਿੱਚ ਕੋਈ ਕਿਤੇ ਕੋਈ ਅੱਖਰ ਜਿਹੜਾ ਇੱਧਰ ਉੱਧਰ ਇੰਗਲਿਸ਼ ਦਾ ਯੂਜ਼ ਹੋਣਾ, ਤੇ ਜਿੱਥੇ ਪੰਜਾਬੀ ਇੰਗਲਿਸ਼ ਹੈ ਉੱਥੇ ਆਪਣਾ ਇੱਕ ਮਤਲਬ ਵਰਡ ਹੈਗਾ ਉਹਨੂੰ ਆਪੇ ਚੇਂਜ ਕਰ ਲਿਓ। ਠੀਕ, ਪ੍ਰੂਫ ਹੈ ਜਾਂ ਸਬੂਤ ਹੈ। ਪ੍ਰੂਫ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਲੈਨੇ ਏਰੀਆ ਆਫ ADE, ਇਹ ਜਿਹੜੀ ਉੱਪਰ ਤਿਕੋਣ ਹੈ ਨਾ, ਇਹ ਵਾਲੀ ਪੂਰੀ ਇਹ ਲੈਨੇ ਅਸੀਂ। ਠੀਕ ਹੈ, ਇਸ ਤਿਕੋਣ ਦਾ ਏਰੀਆ ਆਫ ਤਿਕੋਣ ਟ੍ਰਾਇੰਗਲ ADE। ਠੀਕ ਹੈ, upon area of triangle BDE, upon area of triangle BDE। ਠੀਕ, ਇਹ ਵਾਲੀ ਟ੍ਰਾਇੰਗਲ ਜਿਹੜੀ ਰੈੱਡ ਕਲਰ ਨਾਲ ਮੈਂ ਸ਼ੋ ਕੀਤੀ ਸੀ। ਠੀਕ, ਇਹਨਾਂ ਦੋਨਾਂ ਦੇ ਏਰੀਏ ਦਾ ਅਸੀਂ ਰੇਸ਼ੋ ਲੈ ਲਈ ਆ। ਉਹ ਰੇਸ਼ੋ ਕੀ ਆਣੀ, ਪਹਿਲਾਂ ਇੱਥੇ ਫਾਰਮੂਲਾ ਲਿਖ ਦਿੱਤਾ, 1/2 ਇੰਟੂ ਬੇਸ ਇੰਟੂ ਹਾਈਟ, 1/2 ਇੰਟੂ ਬੇਸ ਇੰਟੂ ਹਾਈਟ, ਦੋਨਾਂ ਲਈ ਸੇਮ ਫਾਰਮੂਲਾ, 1/2 ਸੇਮ ਆ ਗਿਆ, ਇੰਟੂ AD, ਇਹਦਾ ਜਿਹੜਾ ਪਹਿਲੀ ਦਾ ਅਸੀਂ ਬੇਸ ਲਿਆ AD ਲਿਆ, ਕਿਉਂਕਿ ਸਾਨੂੰ AD ਚਾਹੀਦਾ, ਜਿਹੜਾ ਸਾਨੂੰ ਪ੍ਰੂਫ ਦੇ ਵਿੱਚ ਚਾਹੀਦਾ ਇੱਥੇ AD ਚਾਹੀਦਾ। ਠੀਕ ਹੈ, ਅਸੀਂ AD ਲੈ ਲਿਆ, AD ਤੇ ਇਹਦੀ ਹਾਈਟ ਕਿਹੜੀ ਹੈ ਇੱਥੋਂ, ਫਿਰ ਇਹ ਵਾਲੀ ਸੀਗੀ ਨਾ EF, ਹਾਈਟ EF ਇੰਟੂ EF ਹੋ ਗਿਆ, ਅਪੋਨ 1/2 ਇੰਟੂ BD ਸਾਡਾ ਕੀ ਹੈ, B ਤੋਂ D, ਇਹ ਬੇਸ ਲੈ ਲਿਆ ਅਸੀਂ ਇਹਦਾ ਤਿਕੋਣ ਦਾ। ਠੀਕ ਹੈ, ਇਹਦੀ ਹਾਈਟ ਕੀ ਹੈ, ਇਹਦੀ ਹਾਈਟ ਵੀ ਇਹੀ ਹੈ ਨਾ EF, ਇਸ ਕਰਕੇ ਇਹ ਧਿਆਨ 'ਚ ਰੱਖਣਾ ਕਿ ਤੁਸੀਂ 1/2 ਪਹਿਲਾਂ ਤਾਂ ਇਹ ਤਿਕੋਣਾ ਦਾ ਧਿਆਨ ਰੱਖਣਾ, ਤੁਸੀਂ ਤਿਕੋਣਾ ਦਾ ਨਾਂ ਹੋਰ ਨਹੀਂ ਲਿਖ ਦੇਣਾ। ਜੇ ਤੁਸੀਂ ਇਹਨਾਂ ਦੋਨਾਂ ਤਿਕੋਣਾਂ ਦਾ ਨਾਂ ਸੇਮ ਰੱਖ ਦੋਗੇ ਤਾਂ ਤੁਸੀਂ 1/2 ਇੰਟੂ AD ਹੈ ਨਾ, ਇੰਟੂ ਪਹਿਲਾ ਵਾਲਾ ਜਿਹੜਾ ਤੁਸੀਂ ਪਰਪੈਂਡੀਕੂਲਰ ਬਣਾਇਆ, ਜਿਹੜਾ ਪਹਿਲਾਂ ਪਰਪੈਂਡੀਕੂਲਰ ਬਣਾਇਆ ਉਹ ਵਾਲਾ। ਠੀਕ ਹੈ, ਇਹ ਬਟੇ ਦੇ ਵਿੱਚ ਜੋ ਸਾਡੇ ਇੱਥੇ ਹੈਗਾ BD ਜਾਂ DB ਉਹ ਲਿਖ ਕੇ ਗੁਣਾ ਸੇਮ ਪਰਪੈਂਡੀਕੂਲਰ ਦਾ। ਹੁਣ 1/2 ਕੱਟ ਗਿਆ, EF ਨਾਲ EF ਕੱਟ ਗਿਆ, ਰਹਿ ਗਿਆ ਸਾਡੇ ਕੋਲ AD upon BD, ਇਹਨੂੰ ਨੰਬਰ 1 ਰੱਖ ਲਿਆ ਸੀ। ਇਸੇ ਤਰ੍ਹਾਂ ਅਸੀਂ ਫਿਰ ਸਿਮਿਲਰਲੀ ਜਾਂ ਇਸੇ ਤਰ੍ਹਾਂ ਏਰੀਆ ਆਫ ADE, ਸੇਮ ਟ੍ਰਾਇੰਗਲ ਅਸੀਂ ਉੱਪਰ ਵਾਲੇ ਲਈ ਜਿਹੜੀ ਪਹਿਲਾਂ ਲਈ ਸੀ, ਅਪੋਨ ਏਰੀਆ ਆਫ ECD, ਇਹ ਜਿਹੜੀ ਥੱਲੇ ਗ੍ਰੀਨ ਕਲਰ ਨਾਲ ਮੈਂ ਦਿਖਾਈ ਨਾ ਇੱਥੇ, ਇਹ ਵਾਲੀ ਗ੍ਰੀਨ ਕਲਰ ਨਾਲ ਜਿਹੜੀ ਟ੍ਰਾਇੰਗਲ ਦਿਖਾਈ ਕਿਹੜੀ ਆ, CE ਤੇ D, ਇਹ ਵਾਲੀ ਟ੍ਰਾਇੰਗਲ ਦਾ ਏਰੀਆ, ਇਹ ਵੀ ਕੀ ਹੋਣਾ 1/2 ਇੰਟੂ B ਇੰਟੂ H, ਸੇਮ ਫਾਰਮੂਲਾ ਲੱਗਣਾ, ਇਜ਼ ਇਕੁਅਲ ਟੂ 1/2 ਇੰਟੂ AE। ਇਹਦੇ ਵਾਸਤੇ ਅਸੀਂ ਜਦੋਂ ਇੱਧਰ ਆਣਾ ਤਾਂ ਅਸੀਂ ਇਹ ਵਾਲਾ ਬੇਸ ਲੈਣਾ। ਠੀਕ ਹੈ, ਇਹ ਬੇਸ ਲਵਾਂਗੇ AE ਤੇ ਇੱਥੇ ਪਰਪੈਂਡੀਕੂਲਰ ਕਿਹੜਾ ਆ, DG। ਠੀਕ ਹੈ, ਇੰਟੂ DG ਅਪੋਨ ਵਿੱਚ 1/2 ਇੰਟੂ EC, ਸਾਨੂੰ ਇਹ ਚਾਹੀਦੀ ਹੈ ਨਾ ਲਾਈਨ ਇੰਨੀ EC, ਤੇ ਇਹਦਾ ਪਰਪੈਂਡੀਕੂਲਰ ਕਿਹੜਾ, ਇਹਦਾ ਵੀ ਪਰਪੈਂਡੀਕੂਲਰ DG ਆ, ਤਾਂ ਬਟੇ DG ਆ ਗਿਆ। ਹੁਣ 1/2 ਕੱਟ ਗਿਆ,
ਡੀਜੀ ਨਾਲ ਡੀਜੀ ਕੱਟ ਗਿਆ, ਸਾਡੇ ਕੋਲ ਕੀ ਰਹਿ ਗਿਆ AE upon EC। ਇਹ ਨੰਬਰ 2 ਆ ਗਿਆ। ਹੁਣ ਸਾਨੂੰ ਇਹ ਚਾਹੀਦਾ, ਆ ਗਏ ਸਾਡੇ ਕੋਲ ਦੋਨੇ ਰੇਸ਼ੋ ਆ ਗਈਆਂ, ਇਹ ਵੀ ਰੇਸ਼ੋ ਆ ਗਈ, ਇਹ ਵੀ ਰੇਸ਼ੋ ਆ ਗਈ। ਠੀਕ ਹੈ, ਇਹ ਦੋਨੇ ਰੇਸ਼ੋ ਹੋ ਗਈਆਂ, EC AE upon EC ਹੋ ਗਈ, AD upon DB ਹੋ ਗਿਆ। ਹੁਣ ਅਸੀਂ ਇਹਨਾਂ ਨੂੰ ਇਕੁਅਲ ਸ਼ੋ ਕਰਨਾ, ਕਿ ਇਕੁਅਲ ਕਿੱਦਾਂ ਕਰੀਏ ਇਹਨਾਂ ਨੂੰ। ਆ ਤਾਂ ਗਏ ਇਹ ਇਕੁਅਲ ਕਰਨ ਲਈ ਅਸੀਂ ਇੱਥੇ ਆ ਜਾਈਏ, ਮੁੜ ਕੇ ਇੱਥੇ ਇਹ ਮੈਂ ਸਮਝਾ ਰਹੀ ਹਾਂ, ਤੁਸੀਂ ਗੋਲੇ ਨਾਲ ਲਾਉਣ ਲੱਗ ਜਾਓ ਆਪਣੀ ਕਾਪੀ ਤੇ। ਠੀਕ ਹੈ, ਇਹ ਜਿਹੜਾ ਏਰੀਆ ਆ, ਹੁਣ ਇਹ ਵਾਲਾ ਏਰੀਆ ਦੋਨਾਂ ਦਾ, ਇੱਥੇ ADC ਇਹਦਾ ਵੀ ਸੇਮ ਹੈ ਤੇ ਇਹਦੇ 'ਚ ਵੀ ਸੇਮ ਹੈ। ਫਰਕ ਸਿਰਫ ਇਹਨਾਂ ਦਾ ਆ, ਇੱਕ ਇਹ ਵਾਲੀ ਤਿਕੋਣ ਦਾ ਤੇ ਇੱਕ ਇਹ ਵਾਲੀ ਤਿਕੋਣ ਦਾ। ਇਹ ਦੋ ਤਿਕੋਣਾਂ ਦਾ ਫਰਕ ਹੈ। ਜੇ ਇਹ ਦੋਨੇ ਬਰਾਬਰ ਹੋ ਜਾਣ ਤਾਂ ਸਾਡਾ ਏਰੀਆ ਜਿਹੜਾ ਇਹ ਸੇਮ ਟੂ ਸੇਮ ਹੋ ਜਾਣਾ। ਫਿਰ ਇਹ ਤਾਂ ਜਿਹੜਾ ਰਿਜ਼ਲਟ ਹੈ ਉਹ ਵੀ ਸੇਮ ਹੋ ਜਾਣਾ, ਫਿਰ ਇਕੁਅਲ ਹੋ ਜਾਣਾ। ਹੁਣ ਕਿਉਂਕਿ ਜਿਹੜੀਆਂ ਇਹ ਦੋ ਟ੍ਰਾਇੰਗਲਸ ਹੈਗੀਆਂ ਨਾ BDE, ਇਹ ਵਾਲੀਆਂ BD ਤੇ E, ਤਾਂ DEC, ਇਹ ਦੋਨੇ ਟ੍ਰਾਇੰਗਲਸ ਦੋ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਹੈ, ਤਾਂ ਇੱਕੋ ਹੀ ਆਧਾਰ ਤੇ ਬਣੀਆਂ। ਇਹਨਾਂ ਦਾ ਆਧਾਰ ਦੋਨਾਂ ਦਾ ਇਹ ਇੱਕੋ ਹੀ ਹੈ, ਇਹ ਵਾਲਾ, ਇਹ ਆਧਾਰ ਦੋਨਾਂ ਦਾ ਸੇਮ ਹੈ। ਠੀਕ ਹੈ, ਤੇ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਹੈ ਤੇ ਇਹਨਾਂ ਦਾ ਜਿਹੜਾ ਏਰੀਆ ਉਹ ਬਰਾਬਰ ਹੋਣਾ, ਜਿੱਦਾਂ ਮੈਂ ਤੁਹਾਨੂੰ ਪਹਿਲਾਂ ਸਮਝਾਇਆ ਹੈ ਨਾ, ਕਿਉਂ ਬਰਾਬਰ ਹੋਣਾ। ਤੇ ਹੁਣ ਅਸੀਂ ਆ ਜਾਈਏ, we know that area of triangles with same base and between same parallels is equal। ਅਸੀਂ ਜਾਣਦੇ ਹਾਂ ਕਿ ਇੱਕ ਹੀ ਆਧਾਰ ਤੇ ਇੱਕ ਹੀ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਬਣੀਆਂ ਤ੍ਰਿਭੁਜਾਵਾਂ ਦਾ ਖੇਤਰਫਲ ਬਰਾਬਰ ਹੁੰਦਾ ਹੈ। ਠੀਕ ਹੈ, ਮਤਲਬ ਇੱਥੇ ਜਿਹੜਾ ਇੱਕ ਹੀ ਸਮਾਨਾਂਤਰ ਰੇਖਾਵਾਂ ਨਾ, ਇਹਦਾ ਮਤਲਬ ਇਹ ਆ ਕਿ ਇੱਕ ਹੀ ਸਮਾਨਾਂਤਰ, ਇਹ ਹੀ ਆ, ਵੱਖਰੀਆਂ ਵੱਖਰੀਆਂ ਨਹੀਂ, ਜਿਹੜੀਆਂ ਇੱਕ ਹੀ ਸਮਾਨਾਂਤਰ ਰੇਖਾਵਾਂ, ਇੱਕ ਜੋੜਾ ਜਿਹੜਾ ਹੈਗਾ ਉਹਦੀ ਗੱਲ ਹੁੰਦੀ ਪਈ। ਠੀਕ ਹੈ, ਅੱਛਾ ਨਾਓ ਫਿਰ ਇਸ ਤੋਂ ਅਸੀਂ ਜਾਣਦੇ ਹਾਂ, ਤਾਂ ਫਿਰ ਤੋਂ ਸਾਡਾ ਸਿੱਟਾ ਕੀ ਨਿਕਲਦਾ। ਨਾਓ triangle BDE and triangle DEC are on the same base and between the same parallel BC and DE। ਹੁਣ ਜਿਹੜੀਆਂ BDE ਤੇ DEC ਜਿਹੜੀਆਂ ਤਿਕੋਣਾਂ ਹੈਗੀਆਂ, ਉਹ ਇੱਕ ਹੀ ਆਧਾਰ ਤੇ ਇੱਕ ਹੀ ਸਮਾਨਾਂਤਰ ਰੇਖਾਵਾਂ BC ਤੇ DC ਦੇ ਵਿਚਕਾਰ ਹੈ। ਇਸ ਕਰਕੇ ਦੋਨਾਂ ਦਾ ਏਰੀਆ ਜਿਹੜਾ ਇਕੁਅਲ ਹੋ ਜਾਣਾ। ਜਦੋਂ ਏਰੀਆ ਇਕੁਅਲ ਹੋ ਗਿਆ, ਫਿਰ from 1 and 2, ਫਿਰ ਦੇਖੋ from 1 and 2, ਇਹ ਏਰੀਆ ਮਤਲਬ ਇੱਥੇ ADE, ਇੱਥੇ ਵੀ ADE। ਠੀਕ ਹੈ, ADE ਆ, ਇਹ ਵੀ ADE ਆ, ਇੱਥੇ BDE ਤੇ ਇਹ CD, ਇਹ ਦੋਨੇ ਅਸੀਂ ਬਰਾਬਰ ਸ਼ੋ ਕਰ ਦਿੱਤੇ ਆ। ਇਹ ਉੱਪਰ ਨਾਂ ਤੋਂ ਹੀ ਬਰਾਬਰ ਆ, ਇਹ ਅਸੀਂ ਸ਼ੋ ਕਰ ਦਿੱਤੇ ਆ, ਤੇ ਇਹ ਫਿਰ ਦੋਨੇ ਇਕੁਅਲ ਹੋ ਗਏ। ਇਕੁਅਲ ਹੋ ਗਏ ਤੇ ਇਹ ਚੀਜ਼ ਵੀ ਇਕੁਅਲ ਹੋ ਜਾਣੀ ਹੈ। ਠੀਕ ਹੈ, ਤਾਂ ਫਿਰ ਅਸੀਂ ਕੀ ਲਿਖਾਂਗੇ, area of BDE is equal to area of DEC। from 1 and 2, AD upon DB is equal to AE upon EC। ਇਹ ਸਾਡੀ ਜਿਹੜੀ ਥਿਊਰਮ ਪ੍ਰੂਵ ਹੋ ਗਈ। ਓਕੇ, ਬਾਏ। ਜੇ ਇਸ ਥਿਊਰਮ ਦੇ ਵਿੱਚ ਕੋਈ ਚੀਜ਼ ਨਹੀਂ ਸਮਝ ਲੱਗੀ ਜਾਂ ਸਮਝ ਲੱਗੀ ਆ, ਤੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ, ਤੇ ਜੇ ਚੰਗੀ ਲੱਗੇ ਤਾਂ ਇਹਨੂੰ ਸ਼ੇਅਰ ਜ਼ਰੂਰ ਕਰਨਾ।